ਤੂੰ ਗਲਤ ਸਮਝਣ ਡਈ ਭਾਈ ਨੇ ਇਹੋ ਜਿਹੇ ਨਹੀਂ ਹੈ। 20 ਸਾਲ ਹੋ ਗਏ ਨੇ ਉਹਨਾਂ ਨੂੰ ਤੇ ਸਾਨੂੰ ਇੱਕ ਦੂਜੇ ਨੂੰ ਮਿਲਦੇ ਹੋਏ ਆ। ਤੇਰਾ ਅੰਦਾਜ਼ਾ ਗਲਤ ਹੈਗਾ। ਚਲੋ ਮੇਰਾ ਅੰਦਾਜ਼ਾ ਗਲਤ ਹੈ ਤੇ ਫਿਰ ਕੌਣ ਕਿੱਥੇ ਹੈ? ਓਹੋ, ਇੱਕ ਤੇ ਤੇਰਾ ਸ਼ੱਕ ਕਰਨ ਦੀ ਜਿਹੜੀ ਤੇਰੀ ਆਦਤ ਆ, ਮੈਂ ਇਹਦੇ ਤੋਂ ਬਹੁਤ ਪਰੇਸ਼ਾਨ। ਦੇਖੋ ਆਪਣੇ ਘਰ ਤੇ ਉਹੀ ਆਂਦੇ ਜਾਂਦੇ ਨੇ ਨਾ। ਉਹ ਆਂਦੇ ਜਾਂਦੇ ਨੇ ਤੇ ਇਹਦਾ ਮਤਲਬ ਕਿ ਕੀ ਮੈਂ ਹੁਣ ਤੈਨੂੰ ਕਹਾਂ, ਇੱਕ ਤੇ ਔਰਤਾਂ ਦਾ ਦਿਮਾਗ ਜਿਹੜਾ ਨਾ, ਸਹੀ ਸਿਆਣਿਆਂ ਨੇ ਕਿਹਾ ਕਿ ਔਰਤਾਂ ਦੀ ਜਿਹੜੀ ਨਾ ਗੁੱਤ ਪਿੱਛੇ ਮੱਤ ਹੁੰਦੀ ਹੈਗੀ। ਅਜੀਬ ਹੀ ਸ਼ੈਮ ਹੈ। ਸ਼ਾਮੀਰ 8 ਦਿਨ ਹੋ ਗਏ ਆ, ਮੈਂ ਹਰ ਜਗ੍ਹਾ ਤੇ ਦੇਖ ਲਿਆ, ਜਿੱਥੇ ਜਿੱਥੇ ਮੈਂ ਪੈਸੇ ਰੱਖਦੀ ਆ ਮੈਂ ਉੱਥੇ ਉੱਥੇ ਦੇਖ ਚੁੱਕੀ ਆ, ਮੈਨੂੰ ਕਿਤੇ ਵੀ ਨਹੀਂ ਲੱਭੇ। ਤੇ ਆਪਣੇ ਘਰ ਤੇ ਉਹਨਾਂ ਤੋਂ ਸਿਵਾ ਕੋਈ ਆਂਦਾ ਜਾਂਦਾ ਵੀ ਨਹੀਂ। ਤੇ ਮੈਨੂੰ ਪਤਾ ਲੱਗਿਆ ਤੂੰ ਉਹਨਾਂ ਨੂੰ ਬੁਲਾਇਆ ਵੀ ਹੈ। ਹਾਂਜੀ ਆਂਦੇ ਹੋਣੇ ਆ, ਮੈਂ ਬੁਲਾਇਆ ਉਹਨਾਂ ਨੂੰ। ਓਏ ਯਾਰ ਕੀ ਕਰਾਂ ਤੇਰਾ ਮੈਂ। ਲਿਆਓ ਆ ਗਏ ਪਾਣੀ। अस्सलाम वालेकुम। वालेकुम अस्सलाम। ਕੀ ਹਾਲ ਹੈ ਬੇਟਾ? ਸ਼ਾਮਿਰ ਖੈਰ ਹੈ ਕਿ ਮੈਨੂੰ ਤੂੰ ਬੁਲਵਾਇਆ? ਹਾਂਜੀ ਭਾਈ ਨੂੰ ਖੈਰ ਹੀ ਹੈ। ਮੈਨੂੰ ਸਮਝ ਨਹੀਂ ਆਂਦੀ ਮੈਂ ਗੱਲ ਕਿੱਥੋਂ ਸ਼ੁਰੂ ਕਰਾਂ। ਤੇ ਤੂੰ ਆਪ ਹੀ ਗੱਲ ਕਰ, ਮੇਰੇ 'ਚ ਹੌਸਲਾ ਨਹੀਂ ਹੈ ਗੱਲ ਕਰਨ ਦਾ। ਸ਼ਾਮਿਰ ਕੋਈ ਪਰੇਸ਼ਾਨੀ ਦੀ ਗੱਲ ਨਹੀਂ, ਦੱਸ ਮੇਰੇ ਛੋਟੇ ਵੀਰ, ਮੈਂ ਤੈਨੂੰ ਪੁੱਤਰਾਂ ਤਰ੍ਹਾਂ ਸਮਝਦਾ। ਦੱਸ ਕੀ ਗੱਲ ਕੀ ਹੈ? ਹੁਣ ਕਰ ਨਾ ਗੱਲ। ਦੱਸੋ, ਤੁਸੀਂ ਦੱਸੋ। ਨਾ ਨਾ ਮੈਂ ਨਹੀਂ ਦੱਸਣਾ ਹੈਗਾ, ਤੂੰ ਬੁਲਾਇਆ ਨਾ ਭਾਈ ਨੂੰ ਤੇ ਤੂੰ ਗੱਲ ਕਰ। ਨਹੀਂ ਨਹੀਂ ਤੁਸੀਂ ਆਪ ਹੀ ਦੱਸੋ। ਬੇਟਾ ਗੱਲ ਕਰੋ, ਕੀ ਗੱਲ ਹੈ? ਭਾਈ ਮਾਫੀ ਨਾਲ, ਤੁਸੀਂ ਵੱਡੇ ਹੋ ਸਾਡੇ, ਤੇ ਮੈਨੂੰ ਸਮਝ ਨਹੀਂ ਆਂਦੀ ਮੈਂ ਗੱਲ ਸ਼ੁਰੂ ਕਿੱਥੋਂ ਕਰਾਂ। ਬੇਟਾ ਜਿੱਥੋਂ ਗੱਲ ਸ਼ੁਰੂ ਕਰਨੀ ਸਟ੍ਰੇਟ ਫਾਰਵਰਡ ਕਰ। ਉਹ ਭਾਈ ਨਾ ਘਰ 'ਚ ਨਾ ਕੋਈ ਪੈਸੇ ਰੱਖੇ ਹੋਏ ਸੀ ਅੱਛਾ, ਤੇ ਸਮਝ ਨਹੀਂ ਆਂਡਿਆ ਗਏ ਕਿੱਥੇ। ਤੇ ਉਤੋਂ ਇਹਦਾ ਦਿਮਾਗ ਖਰਾਬ ਹੈ। ਮੈਨੂੰ ਕਹਿੰਦੀ ਕਿ ਨਾ ਸਾਡੇ ਘਰ 'ਚ ਸਿਰਫ ਭਾਈ ਰਿਜ਼ਵਾਨ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਆਂਦਾ। ਮੈਨੂੰ ਬੜਾ ਸਮਝਾਇਆ ਲੇਕਿਨ ਇਹਦੇ ਦਿਮਾਗ 'ਚ ਨਹੀਂ ਗੱਲ ਆਂਦੀ। ਬੇਸ਼ੱਕ ਕਿ ਮੈਂ ਹੀ ਹਾਂ ਨਾ, ਮਗਰ ਅੱਜ 8 ਦਿਨ ਬਾਅਦ ਤੁਹਾਨੂੰ ਪੈਸਿਆਂ ਦੀ ਯਾਦ ਹੈ। ਤੁਸੀਂ ਇਹ ਦੱਸੋ ਕਿ ਕੁਰਾਨ ਸ਼ਰੀਫ ਪੜ੍ਹਦੇ ਹੋ? ਆ ਦੇਖੋ ਗੱਲ ਹੁਣ ਜਾਣਬੁੱਝ ਕੇ ਚੇਂਜ ਕਰ ਰਹੇ ਨੇ ਭਾਈ। ਸਬਰ ਤੇ ਕਰ ਲੈ, ਕਿ ਕਾਦੀ ਤੈਨੂੰ ਜਲਦੀ ਹੈਗੀ ਹੈ, ਸਬਰ ਤੇ ਕਰ ਲੈ। ਬੇਟਾ ਤੁਸੀਂ ਗੱਲ ਦਾ ਮਤਲਬ ਨਹੀਂ ਸਮਝਦੇ ਪਏ। 8 ਦਿਨ ਹੋ ਗਏ ਨੇ ਮੈਨੂੰ ਘਰ ਆਇਆ, ਤੁਸੀਂ ਕੁਰਾਨ ਸ਼ਰੀਫ ਨਹੀਂ ਪੜ੍ਹਦੇ? ਭਾਈ ਮੈਂ ਤੁਹਾਡੇ ਨਾਲ ਪੈਸਿਆਂ ਦੀ ਗੱਲ ਕਰ ਰਿਹਾ, ਤੁਸੀਂ ਕੁਰਾਨ ਸ਼ਰੀਫ ਦੀ ਗੱਲ ਕਰ ਰਹੇ। ਅਲਹਮਦੁਲਿਲਾ ਮੈਂ ਡੇਲੀ ਪੜ੍ਹਦਾ, ਰਸਤੇ 'ਚ ਜਾਂਦੇ ਹੋਏ ਗੱਡੀ 'ਚ ਮੈਂ ਜਿਹੜਾ ਮੋਬਾਈਲ ਤੇ ਪੜ੍ਹਦਾ ਜਾਂਦਾ ਹੈਗਾ। ਤੇ ਮੈਂ ਵੀ ਕੰਮ ਕਰਦੀ ਹੋਈ ਤਲਾਵਤ ਲਾ ਕੇ ਰੱਖ ਦਿੰਨੀ ਆ ਮੋਬਾਈਲ ਤੇ, ਸੁਣਦੀ ਰਹਿੰਦੀ ਆ, ਨਾਲ ਕੰਮ ਕਰਦੀ ਰਹਿੰਦੀ ਆ। ਬੇਟਾ ਡਿਜੀਟਲ ਕੁਰਾਨ ਸ਼ਰੀਫ ਪੜ੍ਹਨਾ ਚਾਹੀਦਾ, ਮੈਂ ਨਹੀਂ ਇਹ ਕਹਿੰਦਾ ਕਿ ਨਹੀਂ ਪੜ੍ਹਨਾ ਚਾਹੀਦਾ। ਮਕਸਦ ਮੇਰਾ ਇਹ ਗੱਲ ਕਰਨ ਦਾ ਕਿ ਮੈਂ 8 ਦਿਨ ਤੋਂ ਤੁਹਾਡੇ ਪੈਸੇ ਗਾਇਬ ਨੇ ਤੇ ਤੁਸੀਂ ਅੱਜ ਮੈਨੂੰ ਦੱਸ ਰਹੇ ਹੋ 8 ਦਿਨ ਤੋਂ ਤੁਸੀਂ ਕੁਰਾਨ ਸ਼ਰੀਫ ਪੜ੍ਹ ਰਹੇ ਹੋ ਨਾ? ਭਾਈ ਨਾ ਸੀ ਅਲਹਮਦੁਲਿਲਾ ਡੇਲੀ ਕੁਰਾਨ ਪਾਕ ਪੜ੍ਹੀਦਾ ਸੀ। ਮੁਸਲਮਾਨ ਘਰਾਣੇ 'ਚ ਪੈਦਾ ਹੋਏ, ਲੇਕਿਨ ਪੜ੍ਹੀਦਾ ਮੋਬਾਈਲ ਤੇ ਜਿਹੜਾ ਡਿਜੀਟਲ ਕੁਰਾਨ ਹੈ, ਤੇ ਘਰ 'ਚ ਵੀ ਉੱਤੇ ਪੜ੍ਹ ਲਈਦਾ, ਤੇ ਬਾਹਰ ਵੀ ਦਫ਼ਤਰ ਜਾਈਦਾ, ਤੇ ਰਸਤੇ 'ਚ ਉਹਦੇ ਤੇ ਮੋਬਾਈਲ ਤੇ ਪੜ੍ਹ ਲਈਦਾ ਹੈ। ਤੇ ਲੇਕਿਨ ਮੈਂ ਗੱਲ ਤੁਹਾਡੇ ਨਾਲ ਪੈਸੇ ਦੀ ਗੱਲ ਕਰਨਾ ਚਾਹ ਰਿਹਾ, ਤੁਸੀਂ ਫੇਰ ਮੈਨੂੰ ਗੱਲ ਘੁਮਾ ਕੇ ਤੇ ਦੂਸਰੇ ਪਾਸੇ ਲਈ ਜਾ ਰਹੇ। ਭਾਈ ਅਮਾਉਂਟ ਵੱਡੀ ਹੈ, ਤੇ ਮੈਂ ਇਸ ਅਮਾਉਂਟ ਅਗਰ ਵੱਡੀ ਨਾ ਹੁੰਦੀ ਤੇ ਮੈਂ ਕਦੀ ਵੀ ਨਹੀਂ ਸੀ ਤੁਹਾਨੂੰ ਪੁੱਛਣਾ। ਸ਼ਾਬੀਰ ਅਮਾਉਂਟ ਛੋਟੀ ਜਾਂ ਵੱਡੀ ਦੀ ਗੱਲ ਨਹੀਂ, ਅਮਾਉਂਟ ਹੁੰਦੀ ਹੈ। ਮੈਂ ਜਿੱਥੋਂ ਤੁਹਾਨੂੰ ਗੱਲ ਸਮਝਾਣੀ ਚਾਹ ਰਿਹਾ, ਤੁਸੀਂ ਮੇਰਾ ਮਕਸਦ ਨਹੀਂ ਸਮਝੇ ਕਿ 8 ਦਿਨ ਹੋ ਗਏ ਨੇ ਮੈਨੂੰ ਆਏ। ਮੈਂ ਜਿਸ ਦਿਨ ਆਇਆ ਬੇਟੀ ਕੁਰਾਨ ਸ਼ਰੀਫ ਪੜ੍ਹ ਰਹੀ ਸੀ, ਮੇਰਾ ਬੜਾ ਦਿਲ ਖੁਸ਼ ਹੋਇਆ। ਇਹ ਮੇਰੇ ਲਈ ਪਾਣੀ ਲੈਣ ਗਈ ਹੈ, ਤੈਨੂੰ ਬੁਲਾਉਣ ਗਈ ਹੈ, ਤੇ ਮੈਂ ਦੇਖਿਆ ਕਿ ਸੋਫੇ ਤੇ ਤੁਹਾਡੀ ਅਮਾਉਂਟ ਦੀ ਪੂਰਾ ਪੈਕੇਟ ਪਿਆ ਸੀ। ਮੈਂ ਉਹ ਚੁੱਕ ਕੇ ਕੁਰਾਨ ਸ਼ਰੀਫ ਦੇ ਥੱਲੇ ਰੱਖਤਾ, ਤੇ ਜਾ ਕੇ ਦੇਖੋ ਕੁਰਾਨ ਸ਼ਰੀਫ ਦੇ ਥੱਲੇ ਪੈਸੇ ਪਏ ਨੇ। ਜਾ ਬੇਟਾ ਦੇਖ ਕੇ। ਚਲੋ ਮੈਂ ਦੇਖ ਕੇ ਆਉਂਦੀ ਹਾਂ। ਸ਼ਾਮੀਰ
ਪੈਸੇ ਤੇ ਵਾਕਈ ਕੁਰਾਨ ਸ਼ਰੀਫ ਦੇ ਥੱਲੇ ਪਏ ਨੇ। ਮੈਂ ਹੀ ਦੱਸਣਾ ਚਾਹ ਰਿਹਾ ਸੀ ਬੇਟਾ, 8 ਦਿਨ ਤੋਂ ਇਹਦਾ ਮਤਲਬ ਤੁਸੀਂ ਕੁਰਾਨ ਸ਼ਰੀਫ ਹੀ ਨਹੀਂ ਖੋਲੇ। ਕੁਰਾਨ ਸ਼ਰੀਫ ਘਰ 'ਚ ਬੰਦ ਪਿਆ ਰਿਹਾ। ਠੀਕ ਹੈ, ਡਿਜੀਟਲ ਕੁਰਾਨ, ਮੈਂ ਨਹੀਂ ਇਹ ਕਹਿੰਦਾ ਕਿ ਡਿਜੀਟਲ ਕੁਰਾਨ ਨਹੀਂ ਹੋਣਾ ਚਾਹੀਦਾ, ਮਗਰ ਦੋ ਜਹਾਨਾਂ ਦਾ ਬਾਦਸ਼ਾਹ ਤੁਹਾਡੇ ਘਰ ਪਿਆ, ਉਹਦੇ ਅਦਬ 'ਚ ਤੁਸੀਂ ਗੁਲਾਬ 'ਚ ਤੇ ਲਪੇਟਤਾ। ਉਹਨੂੰ ਗੁਲਾਬ ਦੀ ਜ਼ਰੂਰਤ ਨਹੀਂ ਹੈ, ਉਹਨੂੰ ਪੜ੍ਹ ਕੇ ਸਿੱਖਣ ਦੀ ਜ਼ਰੂਰਤ ਹੈ। ਅੱਜ ਸਾਡੀ ਉਮਤ ਮੁਸਲਮਾਨ ਇਹ ਭੁੱਲ ਗਈ ਇਹ ਗੱਲ ਕਿ ਅਸੀਂ ਡੇਲੀ ਕੁਰਾਨ ਸ਼ਰੀਫ ਖੋਲ ਕੇ ਚੁੰਮਣਾ ਬਰਕਤ ਹੈ, ਉਹਨੂੰ ਪੜ੍ਹਨਾ ਬਰਕਤ ਹੈ, ਉਹਦਾ ਘਰ 'ਚ ਪਿਆ ਹੋਣਾ ਬਰਕਤ ਹੈ। ਮਗਰ ਅੱਜ ਦੇ ਬੱਚੇ ਮਾਂ-ਬਾਪ ਦੀ ਸਖਤੀ ਦੀ ਵਜ੍ਹਾ ਤੋਂ ਜਾਂ ਆਪਣੀ ਰਜ਼ਾਮੰਦੀ ਦੀ ਵਜ੍ਹਾ ਤੋਂ डिजिटल कुरान सुनते लेंदे ने, पढ़ते लेंदे ने। मगर मेरे बच्चों, वो जेड़ा दो जहाना दा बादशाह साडे घर पिया है, ओनू खोलना है, ओनू चुमना है, ओदे को सीखना है, ओदे को पढ़ना है कि साडे आका दो आलम सल्लल्लाहु अलैहि वसल्लम सानू की दर्श दे गए ने। वाहद कुरान शरीफ ही है ਜਿਹੜਾ ਸਾਨੂੰ ਮੁਸਲਮਾਨ ਹੋਣ ਚ ਪੁਖਤਾ ਕਰਦਾ ਹੈ। ਉਹਦੇ ਤੋਂ ਸਾਡਾ ਪਤਾ ਲੱਗਦਾ ਕਿ ਅੱਲਾਹ ਪਾਕ ਦੇ ਅਹਿਕਾਮਾਤ ਕੀ ਨੇ। ਬੇਟਾ, ਮੈਂ ਮਾਜ਼ਰਤ ਖਾਂ ਕਿ ਮੈਂ ਜਾਣ ਬੁੱਝ ਕੇ ਰੱਖ ਗਿਆ ਸੀ ਥੱਲੇ। ਮਜ਼ਾ ਇਸ ਗੱਲ ਦਾ ਸੀ ਸ਼ਾਮਿਲ ਕਿ ਤੂੰ ਉਸ ਤੋਂ ਅਗਲੇ ਦਿਨ ਜਾਂ ਚੰਦ ਘੰਟੇ ਜੀ ਪੁੱਛ ਲੈਂਦਾ। ਤੂੰ 8 ਦਿਨ ਨਗਾ ਦਿੱਤੇ ਨੇ। ਮੇਰਾ ਤੇ ਅਦਬ ਤੈਨੂੰ ਯਾਦ ਰਿਹਾ कि मेरे बाप वर्गा पड़ोसी है, वो गुस्सा ना कर जावे। ते अल्लाह दे नेक बंदियो, वो दो जहाना दे मालिक, वो कुल कायनात नू राह रास्ते लियान वाले नू ओनू नहीं देख सके तुसी कि किते अल्लाह पाक ओनू बंद पिया वेख के नाराज ना हो जा ते अपनी नेमत वापस चुक ले। बच्चियों, पैसे दा ते तुहानू इन्ना दुख होया कि बाप वर्गे नू पुछ लिया ते उस मालक ते पालनहार ओदा तुहानू कोई डर नहीं। अल्लाह तुहाडी जिंदगी करे। भाई मैनू माफ कर दे। बेटा, माफी मेरे कोल नहीं, कलामे पाक ते अल्लाह पाक को मंगो। कलामे पाक अल्लाह ताला ने नबी दे सीने च उतार के साडे तक पहुंचाया। इसलिए नहीं पहुंचाया कि असीं ओनू अलमारियां दे उत्ते पैक करके रख दे। ओनू डेली पढ़ना ते देखना है कि सानू रब पाक ने की अहकामात दिते ने। बेटा, तुसी पैसे दे पीछे अपने बॉस दे अगे ते खड़े हो सकदे हो, मगर कलामे इलाही दे अगे क्यों नहीं खड़े होंदे? ओदे को डरो, ओनू पढ़ो, देखो कि अल्लाह पाक ने की अहकाम दिता। बहुत तनख्वाह रोक लवे ते सानू लाले पै जांदे ने, पर ओ मेरा मालिक रब्बे कायनात साडियां सावां भी चला रहा है, बिनाई भी दे रहा है, बोलन दी ताकत भी दे रहा है, चलन फिरन दी ताकत भी दे रहा है। अल्लाह भुखा भी नहीं सौं दिंदा, सानू रिज़्क भी दे रहा है। अल्लाह पाक ने तो कुछ नहीं ना मंगया साडे को। अल्लाह पाक सानू सिर्फ ये चाहता, फरिश्ते ही बहुत सी ओदी इबादत है, पर उम्मत मुहम्मदिया दी इबादत उस फरिश्तियां दी साल इबादत तो अफजल दसी जाती है। माफी कुरान शरीफ को मंगो कि उन्हें पढ़िया करो बच्चे, पढ़िया करो। अगर वीडियो पसंद आए तो ज़रूर शेयर करें, शायद आपकी वजह से किसी की इस्लाह हो जाए। देखते रहिए सीन स्टोरी। शुक्रिया।